ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਗਗਨਦੀਪ ਸਿੰਘ, ਜ਼ਿਮੀਂਦਾਰ ਐਗਰੋ ਸਟੋਰ ਖਿਦਰਾਬਾਦ, ਜ਼ਿਮੀਂਦਾਰ ਹਾਰਡਵੇਅਰ ਸਟੋਰ ਖਿਦਰਾਬਾਦ ਤੋਂ। ਬੇਸਿਕਲੀ ਅੱਜ ਆਪਾਂ ਹਾਰਡਵੇਅਰ ਬਾਰੇ ਗੱਲ ਨਹੀਂ ਕਰਾਂਗੇ, ਅੱਜ ਐਗਰੋ ਬਾਰੇ ਥੋੜੀ ਜਿਹੀ ਜਾਣਕਾਰੀ। ਮੇਰੇ ਬਹੁਤ ਜ਼ਿਆਦਾ ਅਜ਼ੀਜ਼ ਦੋਸਤਾਂ ਦਾ, ਮੇਰੇ ਸੱਜਣਾਂ ਦਾ, ਮੇਰੇ ਮਿੱਤਰਾਂ ਦਾ, ਹੋਰ ਮੇਰੇ ਕਿਸਾਨ ਭਰਾਵਾਂ ਦੇ ਮੈਨੂੰ ਬਹੁਤ ਫੋਨ ਕਾਲ ਆਉਂਦੇ ਨੇ ਜੀ, ਮਿੱਟੀ ਟੈਸਟਿੰਗ ਬਾਰੇ। ਮਿੱਟੀ ਤੁਸੀਂ ਟੈਸਟ ਕਰਦੇ ਹੋ, ਮਿੱਟੀ ਦੇ ਸੈਂਪਲਸ ਕਿਵੇਂ ਕਰਦੇ ਹੋ। ਦੋਸਤ, ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹੈਗਾ ਜੀ। ਮਿੱਟੀ ਜਿਹੜੀ ਟੈਸਟ ਹੁੰਦੀ ਹੈ ਨਾ ਜੀ, ਜੇ ਤੁਸੀਂ ਕ੍ਰੌਪ ਮੀਨਸ ਵੀਟ ਰਾਈਸ, ਮੇਜ਼, ਕਾਟਨ ਜਾਂ ਹੋਰ ਕੋਈ ਕ੍ਰੌਪ ਲਾਣੀ ਹੈ ਜਿਹੜੀ ਤੁਹਾਡੀ ਸੀਜ਼ਨਲ ਕ੍ਰੌਪਸ ਨੇ ਜਾਂ ਵੈਜੀਟੇਬਲਸ ਨੇ, ਉਹਨਾਂ ਲਈ ਜਿਹੜਾ ਪ੍ਰੋਸੀਜਰ ਹੈਗਾ ਡੈਟ ਇਜ਼ ਅ ਕੁਆਇਟ ਡਿਫਰੈਂਟ ਵਨ। ਔਰ ਸਮਵਟ ਐਲਸ ਜਿਨ੍ਹਾਂ ਨੇ ਤੁਹਾਡਾ ਬਾਗ ਲਾਣਾ ਐਪਲ ਦਾ, ਜਿਕਣਾ ਹੁਣ ਦਸੰਬਰ, ਜਨਵਰੀ, ਫਰਵਰੀ ਐਪਲ ਚੱਲ ਰਿਹਾ, ਜਿਹੜਾ ਆਪਣਾ ਪਲੇਨ ਏਰੀਆ ਤੇ ਐਪਲ ਹੈਗਾ। ਹਰੇਮਨ ਤੁਹਾਡਾ ਇੱਕ ਮਾਈਕਲ ਹੈਗਾ ਹੈ, ਇੱਕ ਹਰੀਮਨ ਹੋ ਗਿਆ, ਇੱਕ ਮਾਈਕਲ ਹੋ ਗਿਆ ਜੀ। ਦੋ ਵੈਰਾਈਟੀਆਂ ਹੋਰ ਨੇ ਤੇ ਮੈਂ ਰਿਮੈਂਬਰ ਨਹੀਂ ਕਰ ਪਾ ਰਿਹਾ, ਦੋ ਵੈਰਾਈਟੀਆਂ ਹੋਰ ਨੇ। ਅੰਨਾ ਹੋ ਗਿਆ ਜੀ ਇੱਕ, ਹਾਂਜੀ ਇੱਕ ਅੰਨਾ ਹੈਗਾ। ਤੇ ਇਹਨਾਂ ਦਾ ਜਿਹੜਾ ਚੱਲ ਰਿਹਾ ਹੈਗਾ ਬਾਗ ਦਾ, ਉਹਦੇ ਵਿੱਚ ਅੱਡ ਹੈਗਾ। ਜਿਨ੍ਹਾਂ ਨੇ ਸੀਟਰਸ ਫਰੂਟਸ ਲਾਣੇ ਆ, ਜਿਕਣਾ ਨਿੰਬੂ ਲਾਣਾ ਹੈਗਾ ਹੈ, ਸੰਤਰਾ ਲਾਣਾ ਹੈਗਾ ਹੈ, ਕੀਨੂ ਲਾਣੇ ਹੈਗੇ ਆ, ਮਸੰਮੀ ਲਾਣੀ ਹੈਗੀ ਹੈ, ਗਲਗਲ ਲਾਣੀ ਹੈਗੀ ਹੈ, ਉਹਨਾਂ ਦਾ ਅੱਡ ਹੈਗਾ ਜੀ। ਗਵਾਵਾ ਲਾਣਾ ਮੇਨ, ਜਿਨ੍ਹਾਂ ਨੇ ਅਮਰੂਦ ਲਾਣਾ ਹੈਗਾ, ਪਪੀਤਾ ਲਾਣਾ ਹੈਗਾ ਹੈ, ਅੰਬ ਲਾਣਾ ਹੈਗਾ, ਉਹਨਾਂ ਦਾ ਅੱਡ ਹੈਗਾ। ਦੇਖੋ, ਇਹ ਚੀਜ਼ਾਂ ਬੇਸਿਕਲੀ ਜੇ ਆਪਾਂ ਕੰਸੈਪਟ ਨਾਲ ਚੱਲੀਏ, ਜੇ ਆਪਾਂ ਸੋਇਲ ਟੈਸਟਿੰਗ, ਮਿੱਟੀ ਟੈਸਟਿੰਗ ਤੱਕ ਪੁੱਜੀ ਗਏ ਆ, ਸਾਡੀ ਸੋਚ ਉਰੇ ਤੱਕ ਆ ਹੀ ਗਈ ਹੈਗੀ ਹੈ ਇੱਕ ਟੈਕਨੀਕਲ ਚੀਜ਼ ਨੂੰ ਯੂਜ਼ ਕਰਨ ਵਾਸਤੇ, ਤਾਂ ਕਿਸਾਨ ਭਰਾਵੋ, ਮਿੱਟੀ ਟੈਸਟਿੰਗ ਦੇ ਵਿੱਚ ਪੈਰਾਮੀਟਰਸ ਜਿਹੜੇ ਹੁੰਦੇ ਨੇ ਉਹ ਡਿਸਾਈਡ ਕਰਨੇ ਹੁੰਦੇ ਆ ਆਪਾਂ ਕ੍ਰੌਪ ਵਾਈਜ਼, ਉਹ ਡਿਸਾਈਡ ਕਰਨੇ ਹੁੰਦੇ ਆ ਆਪਾਂ ਫਰੂਟ ਦੇ ਟਰੀ ਵਾਈਜ਼। ਤਾਂ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਕੰਸੈਪਟ ਕਲੀਅਰ ਕਰ ਦਿੰਦਾ। ਬਾਕੀ ਮੇਰਾ ਨੰਬਰ ਤਾਂ ਥੱਲੇ ਆ ਹੀ ਰਿਹਾ ਹੋਣਾ, ਤੁਸੀਂ ਮੈਨੂੰ ਕਾਲ ਕਰਕੇ ਵੀ ਮੇਰੇ 'ਤੇ ਕੰਸਰਨ ਕਰ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ ਇਸ ਮਾਮਲੇ ਦੇ ਵਿੱਚ। ਮੋਟਾ ਜਿਹਾ ਕੰਸੈਪਟ ਇਹ ਹੈਗਾ ਦੀ ਇਹਦੇ ਵਿੱਚ, ਜੇ ਤਾਂ ਤੁਸੀਂ ਕ੍ਰੌਪ ਲਾਣੀ ਹੈਗੀ ਹੈ ਤਾਂ ਤੁਸੀਂ ਜਿਹੜਾ ਮਿੱਟੀ ਦਾ ਸੈਂਪਲ ਭਰਨਾ ਹੈਗਾ। ਦੇਖੋ ਮੈਂ ਥੋੜਾ ਕੁਆਇਟ ਬਿਜ਼ੀ ਰਹਿੰਦਾ ਹੈਗਾ, ਮੈਂ ਇਸੇ ਕਰਕੇ ਵੀਡੀਓ ਹੀ ਬਣਾ ਕੇ ਪਾ ਰਿਹਾ ਹੈਗਾ। ਜੇ ਤੁਸੀਂ ਕ੍ਰੌਪ ਲਾਣੀ ਹੈਗੀ ਹੈ ਤਾਂ ਮਿੱਟੀ ਦਾ ਸੈਂਪਲ, ਜੇ ਤੁਹਾਡੀ 5 ਕਿੱਲੇ ਦੀ ਪੈਲੀ ਇੱਕਸਾਰ, ਇੱਕ ਇਕੱਠੀ, ਇੱਕੇ ਲੈਵਲ ਦੇ ਵਿੱਚ, ਲੈਵਲ ਉੱਪਰ ਥੱਲੇ ਨਹੀਂ ਹੋਣਾ ਚਾਹੀਦਾ, ਇੱਕੇ ਲੈਵਲ ਦੇ ਵਿੱਚ ਹੈਗੀ ਹੈ, ਤਾਂ ਤੁਸੀਂ ਇੱਕ ਸੈਂਪਲ ਭਰ ਸਕਦੇ ਹੋ। ਐਸ ਪਰ ਗਾਈਡਲਾਈਨਸ ਲੈ ਸਕਦੇ ਹੋ, ਔਰ ਮੈਂ ਲੈਂਦਾ ਵੀ ਹੈਗਾ ਤੇ ਮੈਨੂੰ ਰਿਜ਼ਲਟ ਵੀ ਸਾਰੇ ਪ੍ਰੋਪਰ। ਮੈਂ ਇੱਕੇ ਜ਼ਿਮੀਂਦਾਰ ਦੀ 5 ਕਿੱਲੇ ਟੱਕ ਇਕੱਠਾ ਹੈ, ਕਿਉਂ ਉਹਨਾਂ ਜੋ ਵੀ ਪਾਇਆ ਹੈਗਾ ਉਹਦੇ ਵਿੱਚ ਨਿਊਟ੍ਰੀਸ਼ਨਸ ਉਹ ਕਾਮਨ ਹੀ ਹੁੰਦੇ ਨੇ ਜੀ, ਕ੍ਰੌਪ ਵੀ ਉਹ ਕਾਮਨ ਹੀ ਕਰਦਾ ਹੈਗਾ। ਬਟ ਜੇ ਤੁਹਾਡਾ ਉੱਪਰ ਥੱਲੇ ਹੈਗਾ ਤੇ ਥੋੜਾ ਡਿਫਰੈਂਟ ਹੈਗਾ, ਤੇ ਉਹਦੇ ਫਿਰ ਤੁਹਾਨੂੰ ਅੱਡ ਅੱਡ ਸੈਂਪਲ ਲੈਣੇ ਹੀ ਪੈਣਗੇ। ਹੁਣ ਸੈਂਪਲਿੰਗ ਤੇ ਆ ਜਾਈਏ। ਕ੍ਰੌਪ ਦੀ ਜਿਹੜੀ ਸੈਂਪਲਿੰਗ ਹੈਗੀ ਹੈ, ਚਾਰੋਂ ਕੋਨਿਆਂ ਦੇ ਵਿੱਚੋਂ 3 ਇੰਚ ਥੱਲੇ ਤੋਂ 200 ਗ੍ਰਾਮ ਦਾ ਸੈਂਪਲ, ਇੱਕ ਸੈਂਟਰ ਤੋਂ 3 ਇੰਚ ਥੱਲੇ ਤੋਂ 200 ਗ੍ਰਾਮ ਦਾ ਸੈਂਪਲ, ਟੋਟਲ 4 ਦੂਣੀ 8, 800 ਗ੍ਰਾਮ ਇੱਕ ਹੋ ਗਿਆ, 200 ਗ੍ਰਾਮ ਇੱਕ ਹੋ ਗਿਆ, 1 ਕਿਲੋ ਦਾ ਸੈਂਪਲ ਤੁਹਾਡਾ ਕ੍ਰੌਪ ਵਾਸਤੇ ਹੋ ਗਿਆ। ਇਹਦੇ ਵਿੱਚ ਕੀ ਧਿਆਨ ਰੱਖਣਾ ਹੈ, ਜਿਹੜੀਆਂ ਪਾਣੀ ਵਾਲੀਆਂ ਖਾਲਾਂ ਨੇ ਸਾਡੀਆਂ, ਉਹਨਾਂ ਤੋਂ 5 ਫੁੱਟ ਅੰਦਰ ਨੂੰ, 5 ਜਾਂ 7 ਫੁੱਟ ਅੰਦਰ ਨੂੰ ਲੈਣਾ। ਪਾਣੀ ਵਾਲੀ ਖਾਲਾਂ ਕੋਲ ਕਦੀ ਵੀ ਸੈਂਪਲ ਨਹੀਂ ਭਰਨਾ, ਕਿਉਂਕਿ ਉਹ ਸੈਂਪਲ ਕਦੀ ਵੀ ਕਲੀਅਰ ਨਹੀਂ ਆਏਗਾ। ਠੀਕ ਹੈ ਜੀ, ਇਹ ਫੰਡਾ ਤੁਹਾਡਾ ਕ੍ਰੌਪ ਦਾ ਹੋ ਗਿਆ। ਕ੍ਰੌਪ ਜਿਹੜੀ ਮਰਜ਼ੀ ਕਰਨੀ ਹੈਗੀ ਹੈ, ਸੈਂਪਲਿੰਗ ਤੁਸੀਂ ਕਰਨੀ ਹੈਗੀ ਹੈ, ਏਰੀਆ ਤੁਸੀਂ ਦੱਸਣਾ ਹੈਗਾ, ਸੈਂਪਲ ਤੇ ਤੁਸੀਂ ਲਿਖਣਾ ਹੈਗਾ, ਸਾਫ਼ ਲਿਫਾਫਾ ਲੈਣਾ ਹੈਗਾ ਸੈਂਪਲ ਭਰ ਕੇ। ਹਾਂ, ਇਹਦੇ ਵਿੱਚ ਕੋਈ ਦਿੱਕਤ ਨਹੀਂ, ਮੋਇਸਚਰ ਕਿੰਨਾ ਹੈਗਾ, ਮੋਇਸਚਰ ਘੱਟ ਵੱਧ ਹੈ, ਅਸੀਂ ਉਹ ਮੋਇਸਚਰ ਦੇ ਵਿੱਚ ਅਸੀਂ ਮੋਇਸਚਰ ਕਪੈਸਿਟੀ ਹੋਲਡਿੰਗ ਆਫ ਸੋਇਲ ਅਸੀਂ ਉਹ ਕੱਢ ਲੈਂਦੇ ਹੈਗੇ ਹਾਂ, ਉਹ ਸਾਡੇ ਕੋਲ ਟੈਕਨੀਕਸ ਹੈਗੀਆਂ ਨੇ। ਹੁਣ ਜੇ ਮੈਂ ਗੱਲ ਕਰਾਂ ਦੂਜੇ ਚੀਜ਼ ਦੀ, ਹੁਣ ਆ ਗਿਆ ਮੈਂ ਬਾਗ ਵਾਲੇ ਪਾਸੇ, ਔਰਚਿਡਸ, ਬਾਗਬਾਨੀ।
ਉਹਦੇ ਵਿੱਚ ਕਨਸੈਪਟ ਇੱਕ ਡਿਫਰੈਂਟ ਹੈ ਜੀ। ਉਹਦੇ ਵਿੱਚ ਕਨਸੈਪਟ ਇਹ ਹੈਗਾ ਜੀ, ਤੇ ਤੁਸੀਂ ਬਾਗਬਾਨੀ ਵਾਲੇ ਪਾਸੇ ਜਾਣਾ ਹੈਗਾ ਤੇ ਉਹਦੇ ਵਿੱਚ ਤੁਸੀਂ 4 ਕੋਨਿਆਂ ਦੇ ਵਿੱਚ ਬਰਮਾ ਲੈ ਲਿਓ। ਜੇ ਬਰਮਾ ਨਹੀਂ ਤਾਂ ਲੇਬਰ ਹੈਗੀ ਹੈ, ਇੱਕ ਜੇ ਲੇਬਰ ਹੈਗੀ ਤਾਂ ਬਹੁਤ ਬੈਸਟ ਹੈ। 1x1 ਦਾ ਪਹਿਲਾਂ ਇੱਕ ਖੱਡਾ ਮਾਰਿਓ, 1 ਫੁੱਟ ਬਾਏ 1 ਫੁੱਟ ਦਾ, ਚਾਰੋਂ ਕੋਨਿਆਂ ਦੇ ਵਿੱਚ, ਖਾਲਾਂ ਨੂੰ ਛੱਡ ਕੇ ਅੰਦਰ ਨੂੰ। ਉਹ ਜਦ ਖੱਡਾ ਮਾਰਨਾ ਹੈਗਾ, ਉਹ ਖੱਡੇ ਦਾ 1 ਫੁੱਟ ਦਾ ਇੱਕ ਸੈਂਪਲ 200 ਗ੍ਰਾਮ ਦਾ, ਚਾਰੋਂ ਕੋਨਿਆਂ 'ਚ 200 ਗ੍ਰਾਮ ਦੇ 800 ਗ੍ਰਾਮ, ਇੱਕ ਸੈਂਟਰ ਦਾ ਕਿੰਨਾ ਹੋ ਗਿਆ ਜੀ 1000 ਗ੍ਰਾਮ। ਇਹ ਤੁਹਾਡਾ ਇੱਕ ਸੈਂਪਲ ਹੋ ਗਿਆ ਜੀ। ਇੱਕ ਸੈਂਪਲ ਹੋਰ ਜਾਣਾ ਜੀ 1.5 ਫੁੱਟ ਜਾਂ 2 ਫੁੱਟ ਤੇ, ਇਹ ਪਲਾਂਟ ਤੇ ਡਿਪੈਂਡ ਕਰਦਾ ਅਸੀਂ ਟਰੀ ਕਿਹੜਾ ਲਾ ਰਹੇ ਹੈਗੇ। 1.5 ਫੁੱਟ ਤੇ ਅਸੀਂ ਲੈਣਾ ਹੈਗਾ ਇੱਕ ਸੈਂਪਲ, ਜਾਂ 2 ਫੁੱਟ ਤੇ ਉਹ ਵੀ ਅਸੀਂ 100 ਗ੍ਰਾਮ ਦਾ, ਚਾਰੋਂ ਜਗ੍ਹਾ ਤੇ ਇੱਕ ਸੈਂਟਰ ਤੋਂ। ਉਹੀ ਤੁਹਾਡਾ ਟੋਟਲ ਜਿਹੜੇ ਸੈਂਪਲ ਬਣ ਗਿਆ 2 ਕਿਲੋ ਬਣ ਗਿਆ, ਬਟ ਉਹਨੂੰ ਕਿਲੋ ਦਾ ਆਰਡਰ ਰੱਖਣਾ ਫੁੱਟਾਂ ਵਾਈਜ਼, ਤਾਂ ਕਿ ਕਨਸੈਪਟ ਕਲੀਅਰ ਹੋ ਸਕੇ ਉਹ ਸੈਂਪਲ ਦਾ, ਕਿ 1 ਫੁੱਟ ਤੇ ਸਾਨੂੰ ਕੀ ਮਿਲਦਾ ਪਿਆ, 2 ਫੁੱਟ ਤੇ ਸਾਨੂੰ ਕੀ ਮਿਲਦਾ ਪਿਆ। ਇਹ ਪੂਰਾ ਕਨਸੈਪਟ ਹੈਗਾ ਤੁਹਾਡਾ ਔਰਚਿਡਸ ਬਾਗਵਾਨੀ ਦਾ, ਠੀਕ ਹੈ ਜੀ। ਵੈਸੇ ਮੈਂ ਦੇਖਿਆ ਸੋਇਲ ਵਾਲੇ ਗੱਲ ਕਲੀਅਰ ਨਹੀਂ ਕਰਦੇ, ਉਹ ਤਾਂ ਐਂ ਕਹਿੰਦੇ ਆ ਯਾਰ ਤੂੰ ਭਰ ਲਿਆ ਸੈਂਪਲ ਅਸੀਂ ਚੈੱਕ ਕਰ ਲਾਂਗੇ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ, ਫਿਰ ਰਿਜ਼ਲਟਸ ਵੀ ਨਹੀਂ ਆਉਂਦੇ। ਜੇ ਆਪਾਂ ਪ੍ਰੋਪਰ ਤਰੀਕੇ ਨਾਲ ਚੈੱਕ ਕਰਕੇ ਚੰਗੀਆਂ ਪ੍ਰੋਪਰ ਰਿਪੋਰਟਸ ਨਹੀਂ ਦੇਵਾਂਗੇ ਨਾ, ਤਾਂ ਰਿਜ਼ਲਟਸ ਵੀ ਨਹੀਂ ਤੁਹਾਨੂੰ ਪ੍ਰੋਪਰ ਮਿਲਣਗੇ। ਤੁਸੀਂ ਜਿੰਨੀ ਮਰਜ਼ੀ ਚੈੱਕ ਕਰਾ ਲਓ, ਜਿੱਥੇ ਮਰਜ਼ੀ ਚੈੱਕ ਕਰਾ ਲਓ, ਰਿਜ਼ਲਟ ਤਾਂ ਹੀ ਮਿਲਣਗੇ ਜੇ ਉਹਦੀ ਪ੍ਰੋਪਰ SOPs ਮੀਨਸ ਗਾਈਡਲਾਈਨਸ ਨੂੰ ਫੋਲੋ ਕੀਤਾ ਹੋਏਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੀ ਕੰਸੈਪਟ ਦਾ। ਜੇ ਤਾਂ ਤੁਸੀਂ ਆਰਗੈਨਿਕ ਦੇ ਵਿੱਚ ਜਾਣਾ ਹੈਗਾ, ਦੇਖੋ ਮੈਨੂੰ ਕਈ ਲੋਕ ਫੋਨ ਕਰਦੇ ਹੈਗੇ ਜੀ ਅਸੀਂ ਆਰਗੈਨਿਕ ਦੇ ਵਿੱਚ ਆਉਣਾ, ਅਸੀਂ 1 ਸਾਲ ਆਪਣੀ ਜ਼ਮੀਨ ਖਾਲੀ ਛੱਡ ਰੱਖੀ, ਅਸੀਂ ਕੁਛ ਨਹੀਂ ਕੀਤਾ। ਭਰਾਵੋ ਦੋਸਤੋ, 1 ਸਾਲ ਨਾਲ ਨਹੀਂ ਕੁਛ ਹੁੰਦਾ ਹੈਗਾ। ਮਿਨੀਮਮ ਤੁਹਾਨੂੰ ਆਪਣੀ ਜ਼ਮੀਨ 36 ਮਹੀਨੇ ਮੀਨਸ 12 ਤੀਆ 36 3 ਸਾਲ ਲਈ ਜ਼ਮੀਨ ਨੂੰ ਛੱਡਣਾ ਪਏਗਾ। ਬਿਲਕੁਲ ਛੱਡ ਦਿਓ, ਕੁਛ ਨਹੀਂ ਕਰਨਾ ਉੱਥੇ, ਕੋਈ ਸਪਰੇਅ ਨਹੀਂ, ਕੁਛ ਵੀ ਨਹੀਂ ਪਾਉਣਾ ਹੈਗਾ, ਖਾਲੀ। ਜੇ ਤੁਸੀਂ ਕੋਈ ਕ੍ਰੌਪਿੰਗ ਵੀ ਕਰਨੀ ਹੈ, ਕ੍ਰੌਪਿੰਗ ਕਰੋ 3 ਸਾਲ, ਉਹਦੇ ਵਿੱਚ ਕੋਈ ਨਦੀਨਾਸ਼ਕ ਨਹੀਂ, ਕੋਈ ਕੀਟਨਾਸ਼ਕ ਨਹੀਂ, ਕੋਈ ਫਰਟੀਲਾਈਜ਼ਰ ਨਹੀਂ, ਸਿਰਫ ਤੁਸੀਂ ਬਾਇਓ ਫਰਟੀਲਾਈਜ਼ਰ ਯੂਜ਼ ਕਰ ਸਕਦੇ ਹੋ, ਜਿਕਣਾ ਵਰਮੀ ਕੰਪੋਸਟ, ਜਿਕਣਾ ਤੁਸੀਂ ਆਪਣਾ ਰੇ ਆਹ ਜੇ ਆਰਗੈਨਿਕ ਤੇ ਬਾਇਓ ਫਰਟੀਲਾਈਜ਼ਰਸ ਯੂਜ਼ ਕਰ ਸਕਦੇ ਹੋ ਤੁਸੀਂ। ਜੇ ਤੁਸੀਂ ਇਹ ਯੂਜ਼ ਕਰਦੇ ਹੋ 3 ਸਾਲ ਬਾਅਦ ਤੁਹਾਡੀ ਜ਼ਮੀਨ, ਹਾਂ ਤੁਸੀਂ ਆਰਗੈਨਿਕ ਦੇ 85% ਨੇੜੇ ਆ ਗਏ ਹੋ, ਜਿਹੜੀ ਸੱਚਾਈ ਹੈ, ਠੀਕ ਹੈ ਜੀ। ਕਿਉਂਕਿ ਕੈਮੀਕਲਸ ਜਿਹੜੇ ਆਪਾਂ ਯੂਟਿਲਾਈਜ਼ ਕੀਤੇ ਆ ਨਾ ਲੌਂਗ ਟਾਈਮ ਤੋਂ, ਅਸੀਂ DAPs ਹੋ ਗਈਆਂ ਜਾਂ ਹੋਰ ਚੀਜ਼ਾਂ, ਇਹ ਤੁਹਾਡੇ ਖੇਤਾਂ ਦੇ ਵਿੱਚ ਪੱਥਰ ਦੀ ਫਾਰਮ ਵਿੱਚ ਅੰਦਰ ਲੇਅਰਾਂ ਦੇ ਵਿੱਚ ਪਏ ਰਹਿੰਦੇ ਨੇ। ਔਰ ਜਦੋਂ ਆਪਾਂ ਰੋਟਾਵੇਟਰ ਮਾਰ ਕੇ ਲੇਅਰ ਸ਼ਿਫਟਿੰਗ ਕਰਦੇ ਆ ਨਾ ਆਪਣੀ ਸੋਇਲ ਦੀ, ਤਾਂ ਉਹ ਉੱਪਰ ਆ ਜਾਂਦੇ ਨੇ। ਤਾਂ ਫਿਰ ਤੁਸੀਂ ਕਦੀ ਵੀ ਚੈੱਕ ਕਰਵਾ ਲਿਓ ਆਪਣੇ ਕਿਉਂਕਿ ਅਸੀਂ ਹੁਣ ਕਲਚਰ ਕਰਨ ਵੀ ਲੱਗ ਗਏ ਹਾਂ, ਆਪਾਂ ਫੂਡ ਦੀ ਕਲਚਰ ਕਰਦੇ ਹਾਂ, ਪਲਾਂਟਸ ਦੀ ਕਲਚਰ ਕਰਦੇ ਹਾਂ। ਚੈੱਕ ਕਰਵਾ ਲਿਓ, ਤੁਹਾਡਾ ਸੈਂਪਲ ਆਰਗੈਨਿਕ ਵਾਸਤੇ ਕਦੀ ਕਲੀਅਰ ਨਹੀਂ ਹੋਣਾ। ਇੰਡੀਆ ਦਾ ਤਾਂ ਮੈਨੂੰ ਪਤਾ ਨਹੀਂ, ਬਾਹਰ ਜਿਹੜੀ ਸਾਡੀ ਸਪਲਾਈਜ਼ ਜਾਂਦੀਆਂ ਨੇ ਉਹਨਾਂ ਵਿੱਚ ਸਾਡਾ ਸੈਂਪਲ ਕਦੀ ਕਲੀਅਰ ਨਹੀਂ ਹੋ ਸਕਦਾ, ਖਾਸ ਕਰਕੇ ਯੂਰਪ ਤੇ US ਵਾਸਤੇ। ਉਹ ਸੈਂਪਲ ਕਲੀਅਰ ਕਰਨ ਵਾਸਤੇ ਯੂ ਹੈਵ ਟੂ ਲੀਵ ਔਰ ਯੂਜ਼ ਯੋਰ ਲੈਂਡ ਫॉर 3 years ਐਜ਼ ਆਰਗੈਨਿਕ, ਦੈਨ ਫਾਈਨਲ ਤੁਹਾਡਾ ਬਣੇਗਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਆਰਗੈਨਿਕ ਵਾਲੇ ਪਾਸੇ ਆਓ, ਚੰਗਾ ਸਕੋਪ ਹੈਗਾ ਜੀ। ਸਰਕਾਰ, ਸੈਂਟਰ ਸਰਕਾਰ ਵੀ ਤੇ ਗਵਰਨਮੈਂਟ ਆਫ ਇੰਡੀਆ ਵੀ ਤੇ ਪੰਜਾਬ ਸਰਕਾਰ ਵੀ ਇਹਦੇ ਵਿੱਚ ਇਨੀਸ਼ੀਏਟਿਵ ਲੈ ਰਹੀ ਹੈਗੀ ਹੈ, ਤੇ ਤੁਸੀਂ ਆਰਗੈਨਿਕ ਵਾਲੇ ਪਾਸੇ ਆਓ। ਉਹ ਲੋਕ ਵੀ ਚਾਹੁੰਦੇ ਆ ਕਿ ਅਸੀਂ ਵਿਦਾਊਟ ਕੈਮੀਕਲ ਪ੍ਰੋਡਕਟ ਖਾਈਏ, ਵਿਦਾਊਟ ਕੈਮੀਕਲ ਵੈਜੀਟੇਬਲਸ ਖਾਈਏ, ਫਰੂਟਸ ਖਾਈਏ। ਔਰ ਨੋ ਡਾਊਟ ਮੈਂ ਬੇਸਿਕਲੀ ਆਰਗੈਨਿਕ ਖੇਤੀ ਕਰਦਾ ਹੈਗਾ, ਤਾਂ ਮੇਰੇ ਨਾਲ ਜਿਹੜਾ ਚੇਨ ਕਸਟਮਰ ਬੇਸ ਚੇਨ ਜੁੜਿਆ ਹੋਇਆ, ਮੈਂ ਤੁਹਾਨੂੰ ਉਹਨਾਂ ਦੇ ਰਿਵਿਊਜ਼ ਵੀ ਦੱਸਾਂਗਾ, ਇੱਕ ਵਾਰ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗਾ। ਜੇ ਤੁਹਾਨੂੰ ਟਾਈਮ ਮਿਲ ਸਕੇ ਤਾਂ ਮੇਰੇ ਕੋਲ ਵਿਜ਼ਿਟ ਕਰ ਲਿਓ ਖਿਦਰਾਬਾਦ, ਮੈਂ ਤੁਹਾਨੂੰ ਆਪਣਾ ਆਰਗੈਨਿਕ ਫਾਰਮ ਵੀ ਦਿਖਾ ਦਾਂਗਾ। ਤੇ ਮੈਂ ਬਹੁਤ ਛੋਟੇ ਲੈਵਲ ਤੇ ਸ਼ੁਰੂ ਕੀਤਾ, ਮੈਨੂੰ ਹਜੇ ਥੋੜਾ ਟਾਈਮ ਹੀ ਹੋਇਆ, ਬਟ ਮੈਂ ਪਿਓਰਲੀ ਆਰਗੈਨਿਕ ਤੇ ਹੀ ਡਿਪੈਂਡ ਕਰਦਾ ਹੈਗਾ। ਈਵਨ ਜਿਹੜੇ ਮੈਂ ਕੀਟਨਾਸ਼ਕ ਯੂਜ਼ ਕਰਦਾ ਹੈਗਾ,
ਨਦੀਨਾਸ਼ਕ ਤਾਂ ਹੁੰਦੇ ਨਹੀਂ, ਇਹਦੇ ਵਿੱਚ ਕੀਟਨਾਸ਼ਕ ਹੀ ਹੁੰਦੇ ਆ, ਉਹ ਮੈਂ ਆਰਗੈਨਿਕ ਯੂਜ਼ ਕਰਦਾ ਹੈਗਾ। ਫਰਟੀਲਾਈਜ਼ਰਸ ਵੀ ਮੈਂ ਆਰਗੈਨਿਕ ਯੂਜ਼ ਕਰਦਾ ਹੈਗਾ, ਠੀਕ ਹੈ। ਤੇ ਰੈਕਮੈਂਡਡ ਪ੍ਰੋਡਕਟਸ ਜਿਹੜੇ ਆਰਗੈਨਿਕ US FDA ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਯੂਰਪ FDA ਵੱਲੋਂ ਅਪਰੂਵਡ ਨੇ, ਸਰਟੀਫਾਈਡ ਨੇ, ਉਹ ਵੀ ਮੈਂ ਗਾਈਡ ਕਰਦਾ ਹੈਗਾ। ਤੇ ਐਟ ਦਾ ਲਾਸਟ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ, ਸੋਇਲ ਦੀ ਸੈਂਪਲਿੰਗ ਕਿਵੇਂ ਕਰਨੀ ਹੈ, ਸੋਇਲ ਦੇ ਪ੍ਰੋਡਕਟ ਆਪਾਂ ਕਿਸ ਵਾਸਤੇ ਕਰਨੀ ਹੈ, ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ, ਫਿਰ ਅਸੀਂ ਉਹਦੇ ਫੁੱਲ ਐਂਡ ਫਾਈਨਲ ਰਿਜ਼ਲਟਸ ਦੇ ਸਕਦੇ ਹਾਂ। ਬਾਕੀ ਗੱਲ ਮੈਂ ਹੋਰ ਕਲੀਅਰ ਕਰਦਾ ਜੀ, ਲੋਕ ਕੀ ਪੁੱਛਦੇ ਤੁਹਾਡੀ ਫੀਸ ਕੀ ਹੈ। ਦੇਖੋ ਜੀ, ਫਾਰਮਰਸ ਵਾਸਤੇ, ਜ਼ਿਮੀਂਦਾਰ ਵਾਸਤੇ ਕੋਈ ਫੀਸ ਨਹੀਂ, ਨੋ ਫੀਸ, ਨੋ ਕੁਛ ਨਹੀਂ। ਸੈਂਪਲਿੰਗ ਇੱਕ ਸੈਂਪਲ ਲਿਆਓ, 5 ਲਿਆਓ, 100 ਲਿਆਓ, ਕੋਈ ਫੀਸ ਨਹੀਂ ਫਾਰਮਰ ਵਾਸਤੇ। ਫॉर ਕਮਰਸ਼ੀਅਲ ਕੰਪਨੀਜ਼ ਆਪਾਂ ਚਾਰਜ ਕਰਦੇ ਹਾਂ, ਗਵਰਨਮੈਂਟ ਨੂੰ ਆਪਾਂ ਚਾਰਜ ਕਰਦੇ ਹਾਂ, ਬਟ ਉਹ ਵੀ ਦੇਖ ਲੈਂਦੇ ਹਾਂ ਕਿ ਫਾਰਮਰਸ ਦੀ ਸਬਸਿਡਾਈਜ਼ਡ ਕਰਕੇ ਹੀ ਅਸੀਂ ਦੇਖ ਲੈਂਦੇ ਹਾਂ। ਬਟ ਫॉर ਕਮਰਸ਼ੀਅਲ ਫੈਕਟਰਸ ਵੀ ਚਾਰਜ ਆਪਾਂ ਪੈਸੇ ਲੈਂਦੇ ਹਾਂ। ਤੇ ਫਾਰਮਰਸ ਜੇ ਸਾਨੂੰ ਡਾਇਰੈਕਟ ਅਪਰੋਚ ਕਰਦੇ ਆ ਤਾਂ ਆਪਾਂ ਕੋਈ ਪੈਸਾ ਨਹੀਂ ਦਿੰਦੇ। ਬਾਕੀ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੋਏਗੀ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵਰਮੀ ਕੰਪੋਸਟ ਦਾ ਇੱਕ ਪ੍ਰੋਜੈਕਟ ਕਰ ਰਹੇ ਹੈਗੇ ਆ, ਵਰਮੀ ਕੰਪੋਸਟ ਦੇ ਬੈੱਡ ਲਗਵਾ ਰਹੇ ਹੈਗੇ ਆ ਟਰਾਈ ਸਿਟੀਜ਼ ਦੇ ਵਿੱਚ। ਇੱਧਰ ਸਾਡਾ ਵਰਮੀ ਕੰਪੋਸਟ ਇੰਨਾ ਨਹੀਂ ਹੈਗਾ, ਤਾਂ ਵਰਮੀ ਕੰਪੋਸਟ ਦੀ ਸਪਲਾਈ ਇਨ ਅਰਬਨ ਏਰੀਆਜ਼ ਮੀਨਸ ਸ਼ਹਿਰਾਂ ਦੇ ਵਿੱਚ, ਇਨ ਰੂਰਲ ਏਰੀਆਜ਼ ਮੀਨਸ ਖੇਤਾਂ ਦੇ ਵਿੱਚ ਫਾਰਮਰਸ, ਉਹਨਾਂ ਦੇ ਪ੍ਰਾਈਸ ਦਾ ਤੁਹਾਨੂੰ ਦੱਸਾਂਗੇ, ਵਰਮੀ ਕੰਪੋਸਟ ਦਾ ਬਣਨ ਦਾ ਦੱਸਾਂਗੇ, ਵਰਮੀ ਕੰਪੋਸਟ ਦੀ ਟਾਈਪਸ ਦੱਸਾਂਗੇ, ਔਰ ਯੂਜ਼ੇਜ ਆਫ ਵਰਮੀ ਕੰਪੋਸਟ ਦੱਸਾਂਗੇ। ਔਰ ਜੇ ਕੋਈ ਬੰਦਾ ਸਾਡੀ ਚੇਨ ਦੇ ਨਾਲ ਜੁੜਨਾ ਚਾਹੁੰਦਾ, ਵੀ ਆਰ ਕੁਆਇਟ ਇੰਟਰਸਟਿਡ, ਅਸੀਂ ਬਹੁਤ ਇੰਟਰਸਟਿਡ ਆ ਇਹਦੇ ਵਿੱਚ, ਕਿਉਂਕਿ ਅਸੀਂ ਇਸ ਟਾਈਮ 3-4 ਜਣੇ ਜੁੜੇ ਹੈਗੇ ਆ। ਨਾਓ ਵੀ ਹੈਵ ਫਾਰਮ ਆਵਰ ਆਰਗੇਨਾਈਜੇਸ਼ਨ, ਆਪਾਂ ਆਰਗੈਨਿਕ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਇੱਕ ਸਾਡੇ ਪ੍ਰੋਫੈਸਰ ਸਾਹਿਬ ਨੇ, ਰਿਟਾਇਰਡ ਪ੍ਰੋਫੈਸਰ ਸਾਹਿਬ ਨੇ, ਤੇ ਇੱਕ ਸਾਡੇ ਬਿਜ਼ਨਸਮੈਨ ਨੇ, ਹੀ ਇਜ਼ ਹੈਵਿੰਗ ਦੇਅਰ ਓਨ, ਉਹਨਾਂ ਦਾ ਆਪਣਾ ਇੱਕ ਫਿਸ਼ ਫਾਰਮ ਹੈਗਾ, ਬਹੁਤ ਸਟੇਟ ਆਫ ਆਰਟ ਹੈਗੀ ਆ ਉਹ ਫਿਸ਼ ਫਾਰਮ, ਬਹੁਤ ਵਧੀਆ ਬਣਿਆ ਹੋਇਆ। ਇਟਸ ਆਲਸੋ ਸਟੇਟ ਆਫ ਆਰਟ, ਤੇ ਉਹ ਹੈਗਾ। ਔਰ ਮੈਂ ਐਗਰੋ ਦੇ ਵਿੱਚ ਹੈਗਾ, ਈਵਨ ਆਈ ਹੈਵਿੰਗ, ਮੇਰਾ ਇੱਕ ਹਾਰਡਵੇਅਰ ਦਾ ਵੀ ਬਿਜ਼ਨਸ ਹੈਗਾ, ਮੇਰਾ ਐਗਰੋ ਦਾ ਵੀ ਬਿਜ਼ਨਸ ਹੈਗਾ, ਤੇ ਈਵਨ ਮੈਂ ਸੋਸ਼ਲ ਵਰਕ ਵੀ ਕਰਦਾ ਹੈਗਾ। ਤੇ ਦੈਟਸ ਵਾਈ ਵੀ ਆਰ ਜਸਟ ਮੇਕਿੰਗ, ਅਸੀਂ ਇੱਕ ਚੇਨ ਬਣਾਉਣਾ ਚਾਹੁੰਦੇ ਹੈਗੇ ਆ ਕਿ ਅਸੀਂ ਸੁਸਾਇਟੀ ਦੇ ਲਈ ਚੰਗਾ ਕਰੀਏ। ਕਿਸੇ ਨੂੰ ਫਾਰਮਿੰਗ ਰਿਲੇਟਿਡ, ਆਰਗੈਨਿਕ ਰਿਲੇਟਿਡ, ਸੈਂਪਲਿੰਗ ਰਿਲੇਟਿਡ, ਸੋਇਲ ਟੈਸਟਿੰਗ ਰਿਲੇਟਿਡ ਕੋਈ ਵੀ ਕੁਐਰੀ ਹੈਗੀ ਹੈ, ਕਾਈਂਡਲੀ ਕਾਲ ਔਨ ਦਿਸ ਨੰਬਰ। ਇਹ ਜਿਹੜੇ ਥੱਲੇ ਸਲਾਈਡ ਦੇ ਚੱਲ ਰਹੇ ਜਾਂ ਸਾਈਡ 'ਤੇ ਆਉਣਗੇ, ਉਹ ਮੈਂ ਐਡੀਸ਼ਨ ਦੇ ਵਿੱਚ ਪਾਵਾਂਗਾ, ਹਜੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਪਾਵਾਂਗਾ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਬਾਕੀ ਮੈਂ ਤੁਹਾਡਾ ਗਗਨਦੀਪ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।